देखिए, बाकी तो सारा हमारे काउंसलर्स ने, आपने देखा ही होगा कि सदन के अंदर हमारे साथियों ने बोला कि मेयर का कार्यकाल किस तरह से रहा, और मैं समझता हूं कि कोशिश की उन्होंने, पर वो कोशिश में कामयाब नहीं है। बहुत से ऐसे मुद्दे थे जिन पर शहर के अंदर डेवलपमेंट हो सकती थी, नए प्रोजेक्ट्स लेकर आए जा सकते थे, मगर वो उस तरीके से सफल नहीं हो पाए। शायद उनकी पार्टी का उनको साथ नहीं मिला, और उस तरीके से जितने उम्मीद थी कि एक यंग आदमी मेयर बना है, वो शायद चंडीगढ़ के अंदर कुछ अच्छा करेगा, पर उस तरीके से वो परफॉर्म नहीं कर पाए जिस तरीके की आशाएं उनके साथ थी। उनकी पार्टी की मेजोरिटी थी, एमपी उनकी पार्टी का था, और मैं समझता हूँ सरकार उनकी थी। ये सारी चीज़ों के बाद एडमिनिस्ट्रेटर उनके थे, सबके बावजूद भी अगर वो नहीं सफल हो पाए तो कहीं ना कहीं एक खामी है। और उम्मीद करता हूँ कि आने वाले दिनों में जो भी नया मेयर बनेगा, कुछ ही दिन में चुनाव हो जाएगा, वो शहर की जो जरूरतों है उसको पूरा कर सकेगा, और शहर की जो लोग उम्मीद लगाए बैठे हैं, जो अपेक्षाएं आकांक्षाएं शहर के लोग रखते हैं, वो जरूर पूरी हो। बिल्कुल जी, मैं सच कहा है ਜਿਹੜਾ कि ਜਦੋਂ कि ਦੂਜੇ ਵਾਰਡਾਂ ਦੇ ਏਜੰਡੇ ਲਿਆਏ ਜਾਂਦੇ ਆ, ਸਾਡੇ ਤਾਂ ਏਜੰਡੇ ਆ ਜਿਹੜੇ ਉਹ ਅਫਸਰ ਸਾਹਿਬਾਨ ਨੀਚੇ ਆਬਜੈਕਸ਼ਨਾਂ ਲਾ ਕੇ ਭੇਜਦੇ ਰਹਿੰਦੇ ਨੇ। ਉਸ ਚੀਜ਼ ਦੀ ਮੈਂ ਗੱਲ ਰੱਖੀ ਸੀ ਵੀ ਅਸੀਂ ਚੰਡੀਗੜ੍ਹ ਦੀ ਡਿਵੈਲਪਮੈਂਟ ਦੇ ਹੱਕ 'ਚ, ਪਰ ਸੰਪੂਰਨ ਚੰਡੀਗੜ੍ਹ ਦੀ ਜਿਹੜੇ ਸਾਡੇ ਵਾਰਡ ਦੇ ਬੰਦੇ ਆ ਉਹ ਵੀ ਚੰਡੀਗੜ੍ਹ ਦੇ ਵਿੱਚ ਹੀ ਰਹਿੰਦੇ ਆ, ਕਿਉਂਕਿ ਮੈਂ ਪਿੱਛੇ ਵੀ ਕਿਹਾ ਸੀ ਵੀ ਮੇਰਾ ਵਾਰਡ ਕੋਈ ਪਾਕਿਸਤਾਨ 'ਚ ਤਾਂ ਹੈ ਨਹੀਂ, ਮੇਰਾ ਵਾਰਡ ਵੀ ਚੰਡੀਗੜ੍ਹ ਦਾ ਹੀ ਹਿੱਸਾ ਹੈ। ਮੈਨੂੰ ਇਹ ਝੇਲਣਾ ਪੈਂਦਾ ਹੈ ਬਾਰ-ਬਾਰ। ਤੁਸੀਂ ਹੁਣ ਦੇਖੋ ਕਮਿਊਨਿਟੀ ਸੈਂਟਰ 2 ਨਵੇਂ ਅੱਜ ਆ ਗਈ ਪ੍ਰਪੋਜ਼ਲ, ਔਰ ਜਿਹੜਾ ਮੇਰੇ ਵਾਰਡ ਦਾ ਮੈਂ ਬਹੁਤ ਦੇਰ ਦਾ ਮੁੱਦਾ ਚੱਕਿਆ ਹੋਇਆ 41 ਦੀ ਜਨਤਾ ਨੂੰ ਵੀ ਲੋੜ ਹੈ ਕਮਿਊਨਿਟੀ ਸੈਂਟਰ ਦੀ ਵੱਡੇ ਕਰਨ ਦੀ, ਉਹ ਕਿਤੇ ਵੀ ਨਹੀਂ ਆਉਂਦਾ। ਟਾਈਲਾਂ ਦੀ ਗੱਲ ਕਰੀਏ, ਸ਼ੋਰੂਮਾਂ ਦੇ ਅੱਗੇ ਟਾਈਲਾਂ ਸਾਰੇ ਚੰਡੀਗੜ੍ਹ ਦੇ ਅੰਦਰ ਲੱਗ ਰਹੀਆਂ, 41 'ਚ ਨਹੀਂ ਲੱਗ ਰਹੀਆਂ। ਜੋ ਵੀ ਕੰਮ ਕਹੋ, ਮਤਲਬ ਇਹਨਾਂ ਨੇ, ਅਗਰ ਮੈਂ ਕਿਸੇ ਸੱਚ ਦੀ ਗੱਲ ਕਰਦਾ ਤਾਂ ਮੈਨੂੰ ਇਹ ਦਬਾਉਣ ਦੀ ਕੋਸ਼ਿਸ਼। ਬਿਲਕੁਲ ਜੀ, ਡਿਗਿੰਗ ਕਰ ਕਰਕੇ ਚੰਡੀਗੜ੍ਹ ਸ਼ਹਿਰ ਦਾ ਮਾੜਾ ਹਾਲ ਕਰਿਆ ਪਿਆ। ਹੋਰ ਤੁਹਾਨੂੰ ਦੱਸਦਾ ਇੱਕ ਨਵੀਂ ਗੱਲ, ਗ੍ਰੀਨ ਬੈਲਟ ਦੇ ਅੰਦਰ ਅਸੀਂ ਟਾਵਰਾਂ ਦੀ ਪਰਮਿਸ਼ਨ ਦੇਤੀ ਹੋਈ ਹੈ। ਮੈਂ 41 ਦੇ ਅੰਦਰ ਕੰਮ ਰੁਕਿਆ ਹੋਇਆ ਹੈ। ਗ੍ਰੀਨ ਬੈਲਟ ਦੇ ਅੰਦਰ ਜਿੱਥੇ ਅਸੀਂ ਵਾਕ ਕਰਦੇ ਹਾਂ, ਜਿੱਥੇ ਅਸੀਂ ਸਿਹਤ ਬਣਾਉਣ ਜਾਂਦੇ ਹਾਂ, ਉੱਥੇ ਨਗਰ ਨਿਗਮ ਟਾਵਰਾਂ ਦੀ ਪਰਮਿਸ਼ਨ ਦੇ ਰਿਹਾ ਹੈ। ਇਸ ਕਰਕੇ ਮਤਲਬ ਨਗਰ ਨਿਗਮ ਦਾ 2 ਸਾਲ ਦੇ ਅੰਦਰ ਇਹਨਾਂ ਕੋਲ ਨਾ ਤਾਂ ਕੋਈ ਕਮੇਟੀ ਬਣੀ ਹੈ ਜਿਹੜੇ ਡਿਵੈਲਪਮੈਂਟ ਦੇ ਕੰਮ ਕਰਾ ਸਕੇ, ਨਾ ਕੋਈ ਕੰਮ ਹੋ ਸਕਿਆ ਇਹਨਾਂ ਤੋਂ। ਬਿਲਕੁਲ ਜੀ, ਮੈਂ ਉਹੀ ਕਰ ਰਿਹਾ ਜੀ। ਕੁਲਜੀਤ ਜੀ ਮੇਰੇ ਸਾਥੀ, ਉਹਨਾਂ ਨੇ ਕਿਹਾ ਸੀਗਾ ਕਿ ਪਾਣੀ ਦਾ ਪ੍ਰੈਸ਼ਰ 5ਵੀਂ ਮੰਜ਼ਿਲ ਤੱਕ ਪਹੁੰਚ ਗਿਆ ਪਿੰਡਾਂ ਦਾ। ਮੇਰਾ ਸਵਾਲ ਹੈ ਕੁਲਜੀਤ ਜੀ ਨੂੰ ਕਿ 2018 ਦੇ ਵਿੱਚ ਪੰਚਾਇਤਾਂ ਭੰਗ ਕਰਨ ਦਾ ਕੀ ਮਤਲਬ ਬਣਦਾ ਸੀ? ਜਦੋਂ ਚੋਣਾਂ ਹੋਈਆਂ 2021 ਦੇ ਵਿੱਚ 3 ਸਾਲ ਉਹਨਾਂ ਪਿੰਡਾਂ ਦਾ ਵਾਲੀ ਵਾਰਸ ਕੋਈ ਨਹੀਂ ਰਿਹਾ, ਉਹਦਾ ਜਵਾਬ ਕੌਣ ਦੇਗਾ? ਮੈਂ ਕਿਹਾ ਸੀ ਕਿਹੜਾ ਨਵਾਂ ਕਨੈਕਸ਼ਨ ਪਿੰਡਾਂ ਦੇ ਵਿੱਚ ਹੋ ਗਿਆ, ਉਹਦਾ ਜਵਾਬ ਕੌਣ ਦੇਗਾ? ਇਸ ਕਰਕੇ ਸਾਰੇ ਖੋਖਲੇ ਦਾਅਵੇ ਨੇ। ਇਹ ਐਮਪੀ ਚੋਣਾਂ ਕਰਕੇ ਆਪਣੇ ਆਪ ਨੂੰ ਪਾਣੀ ਦੇ ਬਿੱਲ ਦੀ ਲਾ ਲਓ। ਪਾਣੀ ਦੇ ਬਿੱਲ ਅੱਜ ਦੀ ਤਰੀਕ ਦੇ ਵਿੱਚ ਮੈਂ ਰੱਖਿਆ ਕਿ ਅਸੀਂ ਏਜੰਡਾ ਕਟਾ ਕੇ ਪਾਸ ਕਰਕੇ ਭੇਜਿਆ, ਕੋਈ ਇੰਪਲੀਮੈਂਟ ਨਹੀਂ ਹੋਇਆ। ਪਾਣੀ ਦੇ ਬਿੱਲ ਬਿਜਲੀ ਦੇ ਬਿੱਲ ਨਾਲੋਂ ਜ਼ਿਆਦਾ ਆ ਰਹੇ ਹਨ। ਬਿਲਕੁਲ, ਮੈਂ ਤਾਂ ਨੋਟਾਂ ਦੀ ਡਿਮਾਂਡ ਕਰੀ ਹੈ। ਮੈਂ ਡੀਸੀ ਸਾਹਿਬ ਨੂੰ ਵੀ, ਤੁਸੀਂ ਦੇਖਿਆ ਹੋਏਗਾ ਪਿਛਲੇ ਦਿਨ ਹੀ ਮੈਂ ਡੀਸੀ ਸਾਹਿਬ ਨੂੰ ਮਿਲ ਕੇ ਆਇਆ। ਜਦੋਂ ਦੇਸ਼ ਦੀ ਰਾਜਨੀਤੀ ਦੇ ਅੰਦਰ ਹਰੇਕ ਪੜਾਅ ਦੇ ਅੰਦਰ ਜਿਹੜਾ ਹੈਗਾ ਨੋਟਾਂ ਦਾ ਆਪਸ਼ਨ ਬਣਿਆ ਹੋਇਆ ਹੈ, ਚਾਹੇ ਕੌਂਸਲਰ ਦਾ ਇਲੈਕਸ਼ਨ ਹੋਵੇ, ਚਾਹੇ ਉਹ ਐਮਪੀ ਦਾ ਇਲੈਕਸ਼ਨ ਹੋਵੇ, ਉਹ ਨੋਟਾਂ ਦਾ ਬਣਿਆ। ਤਾਂ ਮੇਅਰ ਦੇ ਇਲੈਕਸ਼ਨ 'ਚ ਵੀ ਨੋਟਾਂ ਦੇ ਆਪਸ਼ਨ 'ਚ ਰੱਖਣ 'ਚ ਕੀ ਹੱਦ ਹੈ? ਇਹ ਤਾਂ ਸਰਾਸਰ ਜਾਇਜ਼ ਗੱਲ ਹੈ ਜੀ। ਅਸੀਂ ਕਹਿੰਦੇ ਸਾਡੇ ਨਾ ਕਰੋ, ਸਾਡੇ ਵਾਰਡ ਦੇ ਲੋਕ ਜਿਹੜੇ ਲੋਕਾਂ ਡਿਮਾਂਡ ਉਹ ਤਾਂ ਪੂਰੀ ਕਰੋ। ਹੁਣ ਦੇਖੋ ਜਿੰਨੇ ਵੀ ਬੀਜੇਪੀ ਦੇ ਕੌਂਸਲਰਸ ਨੇ, ਉਹਨਾਂ ਹਰੇਕ ਵਾਰਡ 'ਚ ਤੁਸੀਂ 20-25 ਕਰੋੜ ਦੇ ਕਮਿਊਨਿਟੀ ਸੈਂਟਰ ਬਣਦੇ ਆ, ਕਿ ਸਾਡੇ ਵਾਰਡ ਨਹੀਂ ਦਿਖਦੇ, ਕਿ ਸਾਡੇ ਵਾਰਡ 'ਚ ਪਬਲਿਕ ਨਹੀਂ, ਕਿ ਸਾਡੇ ਵਾਰਡ ਦੇ ਬੰਦੇ ਉਹਦੇ ਉੱਥੇ ਕਿ ਬੀਜੇਪੀ ਦੇ ਬੰਦੇ ਨਹੀਂ ਰਹਿੰਦੇ। ਅਸੀਂ ਕਹਿੰਦੇ ਹਾਂ ਡਿਵੈਲਪਮੈਂਟ ਕਰੋ, ਪੂਰੇ ਸ਼ਹਿਰ ਦੀ ਕਰੋ, ਨਾ ਕਿ ਤੁਸੀਂ ਇੱਕ ਬੰਦੇ ਦੇ ਕਿ ਸਿਰਫ ਸਾਡੀ ਪਾਰਟੀ ਦਾ ਅਸੀਂ ਡਿਵੈਲਪਮੈਂਟ ਕਰਨੀ ਹੈ। ਸਾਡੇ ਪਿੰਡਾਂ ਦੇ ਮਸਲੇ ਦੇਖ ਲਓ ਜੀ, ਪਾਣੀ ਦਾ ਕਨੈਕਸ਼ਨ ਕਿੰਨੀ ਦੇਰ ਤੋਂ ਕਹਿ ਰਹੇ ਕਿ ਸਾਡੇ ਪਿੰਡਾਂ 'ਚ ਫਿਰਨੀ ਦੇ ਅੰਦਰ ਜਿਹੜੇ ਕਨੈਕਸ਼ਨ ਆਲਰੇਡੀ ਤੁਸੀਂ ਨਕਸ਼ੇ ਹੀ ਪਾਸ ਕੀਤੇ ਹੋਏ, ਉਹਨਾਂ ਨੂੰ ਕਨੈਕਸ਼ਨ ਦੇ ਰਹੇ। ਇੱਕ ਪਾਸੇ ਬੀਜੇਪੀ ਵਾਲੇ ਗੁੰਮਰਾਹ ਕਰ ਰਹੇ ਹੈ ਕਿ ਅਸੀਂ ਤਾਂ 5 ਬਿਲਡਿੰਗ ਬਣ ਗਈਆਂ, ਪਾਣੀ ਪ੍ਰੈਸ਼ਰ ਆ ਰਿਹਾ। ਤੁਸੀਂ ਕਨੈਕਸ਼ਨ ਦੇਣੇ ਤਾਂ ਪ੍ਰੈਸ਼ਰ ਦਾ ਕੀ ਆ? ਅੱਜ ਲੋਕਾਂ ਦੇ ਤੁਸੀਂ ਗਾਰਬੇਜ ਸੈਸ ਤੇ ਇੰਨਾ ਗਾਰਬੇਜ ਸੈਸ ਲਾਤਾ, ਕੋਈ ਗਾਰਬੇਜ में नहीं है कि ऑटो आएगा, उत्थे ऑटो जा रहे हैं पर ना चक रहे हैं, ऑटो खड़े हैं, तेल ना उन्होंने अपना तेल बचा रहे हैं। साढ़े कारपोरेशन का इन्ना बुरा हाल हो चुका कि आम बंदा तरह इन्ना लोग ही दुखी हो चुके हैं। साढ़े पिंडों में देखो जाकर तुसीं कितना गारबेज इकट्ठा होया पिया है। लोगों से गरीब बंदा 3000 किराया नहीं दिता जाता, उन्हें तुसीं 10,000 रुपये चलान के गारबेज अलग करके दो। जो तुसीं गारबेज कलैक्ट करने नहीं है देने कितने ना। साढ़े सैक्टरां में चंगे कम्यूनिटी सेंटर बने हुए, ना साढ़े सैक्टर चंगा कोई डिवेलपमेंट हो रही है। जिन्ना भी काम होंदा सिर्फ अपने चहेते कौंसलर के काम करते। देखो सर भी गल होंदी सी जद मेयर साहब आ के इस कुर्सी ते बैठे, शहर के फर्स्ट सीजन बने, एक यंगस्टर सी ते सानू बड़ी उम्मीद सी कि एक अच्छा काम होएगा। लेकिन पूरा साल बीत गया, शहर के किसी पॉलिसी किसी मुद्दे के उत्ते कोई भी काम नहीं होया। काम होना दूर है, उदों 10% तक भी अगे नहीं चल सके। अज कुत्ते शहर के बच्चों को नोच नोच के खा रहे, तुहाडे सामने ही है, लेकिन असी डॉग पॉलिसी नहीं लैके आ सके।
9 ਤੇ 10 ਜੁਲਾਈ ਦੀ ਜਿਹੜੀ ਬਰਸਾਤ ਦੇ ਦਿਨ ਸੀ, ਤੁਸੀਂ ਦੇਖਿਆ ਹੋਵੇਗਾ ਜੋ ਸਾਡੀ ਸੜਕਾਂ ਟੁੱਟ ਗਈਆਂ, ਸਾਡੇ ਸਟੋਰਮਸ ਟੁੱਟ ਗਈਆਂ, ਸਾਡੇ ਨਾਲੇ ਟੁੱਟ ਗਏ, ਉਹਨਾਂ ਦੀ ਰਿਪੇਅਰ ਦਾ ਕੰਮ ਅੱਜ ਤੱਕ ਨਹੀਂ ਹੋ ਸਕਿਆ। ਸਭ ਤੋਂ ਵੱਡਾ ਫੇਲਿਓਰ ਡੰਪਿੰਗ ਗਰਾਊਂਡ ਦੇ ਉੱਤੇ ਬਹੁਤ ਵੱਡੀ ਗੱਲ ਕਹੀ ਸੀ, ਇਹਨਾਂ ਦਾ ਸਾਥ ਦੇਣ ਵਾਸਤੇ ਅਸੀਂ ਗੋਆ ਤੱਕ ਇਹਨਾਂ ਦੇ ਨਾਲ ਗਏ, ਲੇਕਿਨ ਡੰਪਿੰਗ ਗਰਾਊਂਡ ਦੇ ਉੱਤੇ ਕੋਈ ਪਾਲਿਸੀ ਨਹੀਂ ਆ ਸਕੀ। ਪਾਰਕਿੰਗ ਦੇ ਉੱਤੇ ਕੋਈ ਪਾਲਿਸੀ ਨਹੀਂ ਆ ਸਕੀ। ਪਾਣੀ ਦੇ ਉੱਤੇ ਜਿੱਥੇ ਗੱਲ ਕੀਤੀ ਜਾਂਦੀ 400 ਕਰੋੜ ਦਾ ਜੀ ਸੀਵਰੇਜ ਅਸੀਂ ਵਾਟਰ ਲੋਨ ਲਿੱਤਾ ਫਰਾਂਸ ਦੀ ਕੰਪਨੀ ਤੋਂ, ਅਸੀਂ ਪਾਣੀ ਦੇ ਰੇਟ ਘੱਟ ਨਹੀਂ ਕਰ ਸਕਦੇ। ਮੈਂ ਕਮਿਸ਼ਨ ਨੂੰ ਆਈਡੀਆ ਦਿੱਤਾ ਸੀ ਹਾਊਸ ਦੇ ਵਿੱਚ ਕਿ ਅਸੀਂ ਪਾਣੀ ਦੇ ਰੇਟ ਨਹੀਂ ਘੱਟ ਕਰ ਸਕਦੇ, ਪਰ ਅਸੀਂ ਸੀਵਰੇਜ ਸੈਸ ਘੱਟ ਕਰ ਸਕਦੇ ਹਾਂ। ਅਸੀਂ ਕਾਂਗਰਸ ਦੇ ਟਾਈਮ 20 ਰੁਪਏ ਪਰ ਸੀਟ ਸੀਵਰੇਜ ਸੈਸ ਲੈਂਦੇ ਸੀ, ਅੱਜ ਤੁਸੀਂ 30% ਆਫ ਦਾ ਟੋਟਲ ਬਿੱਲ ਸੀਵਰੇਜ ਸੈਸ ਲੈ ਰਹੇ ਹੋ, ਮਤਲਬ ਤੁਸੀਂ 10,000 ਦੇ ਬਿੱਲ ਦੇ ਉੱਤੇ 3,000 ਰੁਪਏ ਸੀਵਰੇਜ ਸੈਸ ਲੈ ਰਹੇ ਹੋ। ਤੁਸੀਂ ਸੀਵਰੇਜ ਸੈਸ ਨੂੰ ਕੱਟ ਕਰ ਦੋ, ਪਾਣੀ ਦੇ ਬਿੱਲ ਆਪਣੇ ਆਪ ਹੀ ਕੱਟ ਹੋ ਜਾਣਗੇ। ਲੋਕ ਜੋ ਤਰਾਹੀਮਾਮ ਕਰ ਰਹੇ ਆ, ਉਹਨਾਂ ਨੂੰ ਕੋਈ ਸੁੱਖ ਦਾ ਸਾਹ ਮਿਲੇਗਾ। ਹਾਊਸ ਨੇ ਇੱਕ ਮਤ ਹੋ ਕਰਕੇ 30% ਸੀਵਰੇਜ ਸੈਸ ਨੂੰ 10% ਸੀਵਰੇਜ ਸੈਸ ਕਰਕੇ ਪਾਸ ਕੀਤਾ, ਲੇਕਿਨ ਇਸ ਮੇਅਰ ਦਾ ਇੰਨਾ ਵੱਡਾ ਫੇਲੀਅਰ ਹੈ ਕਿ ਵੀ ਇਹਨਾਂ ਦਾ ਮੇਅਰ, ਇਹਨਾਂ ਦੀ MP, ਇਹਨਾਂ ਦਾ ਐਡਵਾਈਜ਼ਰ, ਇਹਨਾਂ ਦਾ ਹੋਮ ਸੈਕਟਰੀ ਹੋਣ ਦੇ ਬਾਵਜੂਦ ਉਹ ਮੁੱਦਾ ਇੱਥੋਂ ਪਾਸ ਹੋ ਕਰਕੇ ਸੈਕਟਰੀ ਲੋਕਲ ਬੋਡੀ ਕੋਲ ਗਿਆ ਔਰ ਉੱਥੇ ਇਹ ਪਾਸ ਨਹੀਂ ਕਰਾ ਸਕੇ। ਉਹਨਾਂ ਨੇ ਊੜ ਦੇ ਮੂੰਹ ਵਿੱਚ ਜੀਰੇ ਵਾਲੀ ਗੱਲ ਸਾਡਾ ਕਰਤੀ। ਅਸੀਂ 10% ਕਰਕੇ ਭੇਜਿਆ ਸੀ, ਉਹਨਾਂ ਨੇ 25% ਕਰਤਾ ਕਿ ਸਿਰਫ 5% ਹੀ ਮਾਫ ਕਰਾਂਗੇ ਔਰ 5% ਹਰ ਸਾਲ ਵਧਾਵਾਂਗੇ ਵੀ। ਮਤਲਬ ਕਿ ਉਹ ਸੀਵਰੇਜ ਕਦੀ ਘਟੇਗਾ ਨਹੀਂ, ਉਹ ਸਾਲ ਦਰ ਸਾਲ ਵੱਧਦਾ ਹੀ ਜਾਏਗਾ। ਸੋ ਲੋਕਾਂ ਨੂੰ ਇੱਕ ਨਾਸੂਰ ਬਣ ਕੇ ਜੋ ਇਹਨਾਂ ਨੇ ਜ਼ਖਮ ਦਿੱਤੇ ਹੈ, ਕੋਈ ਸ਼ਹਿਰ ਦੇ ਵਿੱਚ ਇੱਕ ਨਵੀਂ ਪਾਲਿਸੀ ਨਹੀਂ ਆਈ। ਬੀਇੰਗ ਅ ਮੇਅਰ ਕੋਈ ਪ੍ਰੈਸ ਕਾਨਫਰੰਸ ਕਰਕੇ ਦੱਸ ਦੇਣ ਕਿ ਜੀ ਹਾਂ ਇਸ ਸ਼ਹਿਰ ਦੇ ਵਿੱਚ ਨਵੀਂ ਪਾਲਿਸੀ ਆਈ ਹੈ। ਅਸੀਂ ਪਿੰਡਾਂ ਨੂੰ, ਪੰਚਾਇਤਾਂ ਨੂੰ ਪੂਰੀ ਗਲਵਕੜੀ ਪਾ ਕੇ ਕਾਰਪੋਰੇਸ਼ਨ ਵਿੱਚ ਲੈ ਆਏ ਕਿ ਤੁਹਾਡਾ ਧਿਆਨ ਰੱਖਾਂਗੇ। ਪਿੰਡਾਂ ਪੰਚਾਇਤਾਂ ਵਾਸਤੇ ਅੱਜ ਕੋਈ ਕੰਮ ਨਹੀਂ ਹੋਇਆ, ਉਹ ਲੋਕ ਠੱਗੇ ਮਹਿਸੂਸ ਕਰ ਰਹੇ ਹਨ। ਲਾਲ ਡੋਰ ਦਾ ਮੁੱਦਾ ਜਸ ਦਾ ਤਸ ਪਿਆ, ਲੋਕਾਂ ਨੂੰ ਪਾਣੀ ਦੇ ਕਨੈਕਸ਼ਨ ਨਹੀਂ ਮਿਲ ਰਹੇ, ਲੋਕਾਂ ਨੂੰ ਬਿਜਲੀ ਕਨੈਕਸ਼ਨ ਨਹੀਂ ਮਿਲ ਰਹੇ। ਉਲਟਾ ਸਭ ਤੋਂ ਵੱਡੀ ਤਰਾਸਦੀ ਕੀ ਕੀਤੀ ਉਹਨਾਂ ਦੇ ਨਾਲ, ਪਿੰਡ ਵਾਲਾ ਬੰਦਾ ਜ਼ਿਆਦਾ ਪੜ੍ਹਿਆ ਲਿਖਿਆ, ਜ਼ਿਆਦਾ ਅਪਡੇਟਡ ਨਹੀਂ ਹੁੰਦਾ। ਉਹ ਬਿਜਲੀ ਦੇ ਬਿੱਲ, ਪਾਣੀ ਦੇ ਬਿੱਲ, ਚਾਹੇ ਉਹਨਾਂ ਨੇ ਸਟਾਂਪ ਲੈਣਾ, ਸਭ ਕੁਝ ਉਹ ਆਨਲਾਈਨ ਪੇ ਕਰਨ ਜੀ, ਆਨਲਾਈਨ ਲੈਣ, ਉਹ ਵਿਚਾਰੇ ਆਨਲਾਈਨ ਨਹੀਂ ਲੈ ਪਾ ਰਹੇ। 4 ਪਿਛਲੀਆਂ ਹਾਊਸ ਮੀਟਿੰਗ ਦੇ ਵਿੱਚ ਮੈਂ ਲਗਾਤਾਰ ਮੁੱਦੇ ਚੱਕ ਚੁੱਕਾ ਕਿ ਅਸੀਂ ਉਹਨਾਂ ਵਾਸਤੇ ਕੋਈ ਨਾ ਕੋਈ ਸਟਾਫ ਰਿਕਰੂਟ ਕਰੀਏ, ਲੇਕਿਨ ਮੇਅਰ ਸਾਹਿਬ ਉਸ ਦੇ ਉੱਤੇ ਬਿਲਕੁਲ ਪੂਰੀ ਤਰ੍ਹਾਂ ਫੇਰ ਰਹੇ ਹਨ। ਸੋ 12 ਮਹੀਨਿਆਂ ਦੇ ਵਿੱਚ ਜੋ ਮੇਅਰ ਸਿਰਫ 9 ਮੀਟਿੰਗਾਂ ਕੰਡਕਟ ਕਰ ਸਕਦਾ ਹੈ ਹਾਊਸ ਦੀਆਂ, ਤੁਸੀਂ आप ਉਹਦਾ ਹਿਸਾਬ ਲਓ कि ਉਹਦਾ टेन्योर ਕਿਹੋ ਜਿਹਾ ਰਿਹਾ। देखो, सबसे पहले तो जब मेयर फर्स्ट टाइम पे सीट पे बैठे थे, जिस मेयर को चंडीगढ़ की जनता के बारे में नॉलेज हो, मैं यही बोलना चाहूँगी किसी भी पार्टी का मेयर बने तो सबसे पहले जब सीट पे बैठे तो ये देखना चाहिए कि चाहे पार्टी कोई भी हो, सबको बराबर लेके चले। और सेक्टरों में इतनी प्रॉब्लम नहीं है, हर काउंसलर प्रॉब्लम को हल कर लेता है, लेकिन कॉलोनी और पिंडों में जो है चंडीगढ़ में सबसे ज़्यादा प्रॉब्लम है। तो जब मेयर कुर्सी पे बैठते हैं तो उसको मेरे ख्याल से, जैसे हमने काउंसलर बनने के टाइम पे गुरुद्वारे के आगे खड़े होकर कसम खाई थी कि मैं कभी पार्टीबाजी नहीं करूँगी, चाहे A to Z किसी भी पार्टी का हो, मैं सबका बराबर काम करूँगी। तो जब मेयर साहब को बिठा के शपथ दी जाती है तो उस टाइम पे उसको ईमानदारी से चंडीगढ़ की जनता का काम करना चाहिए। तो जैसे मेयर साहब बैठे थे, फर्स्ट हाउस चलाया तो हम बड़े खुश हुए भी चंडीगढ़ की जनता के लिए बड़ा अच्छा मेयर चुना है, कोई गलत काम नहीं भाजपा पार्टी ने। लेकिन उसके बाद 12 हाउस में से 10 हाउस चलाए हैं मेयर ने और 2 हाउस तो मिस कर चुके हैं। आज तक का रिकॉर्ड है कि कभी भी हाउस मिस नहीं हुए हैं। और देखो, भगवान को सभी मानते हैं, लेकिन मेयर साहब के पीछे का रिकॉर्ड निकाल के देखो आप, सिर्फ मंगलवार को हाउस करते हैं। क्यों भाई? ऐसी उनको किस चीज़ का डर है कि उन्हें भगवान जी का सहारा लेना पड़ता है? क्योंकि चंडीगढ़ जो बंदा ईमानदार होगा उसको मुझे नहीं लगता किसी चीज़ की ज़रूरत है। तो बजरंग बली जी को तो मैं भी मानती हूँ, हिंदू धर्म से हम भी जुड़े हुए हैं। तो इस महीने भी देखो दिसंबर में हाउस होना था, लेकिन आज हाउस हो रहा है क्योंकि 1 तारीख तक ही मेयर होता है वैसे रूल के अनुसार, तो आप एक्ट पढ़ के देखिए। लेकिन मेयर साहब ना तो कोई कमेटी बना सके और ना एक भी काम, मैंने मेयर साहब से सवाल किया था क्या मुझे सिर्फ एक काम बता दो जो आपने चंडीगढ़ में सिरे लगाए। मेयर साहब ने सिर्फ 1-2 उद्घाटन किए हैं अपनी नेम प्लेट के चक्कर में और मेयर की कुर्सी पे बैठने के लिए। लेकिन मैं मेयर साहब से बोलना चाहती हूँ, मेयर साहब कभी आप कॉलोनियों में गए हो, कभी किसी पिंडों में गए हो, या आपने कभी ओपन में कभी भी, जैसे सरपंच ओपन में बैठ के फैसला करते हैं चंडीगढ़ का क्या सही है क्या गलत है, क्या मेयर साहब कभी गए हैं? मैं मेयर साहब से पूछना चाहती हूँ, क्या हर चीज़ पैसे के दम पे होती है? सिर्फ एक बार हाउस में एक मुद्दा लेके आए थे बिजनेसमैन का कि 3000 से 300 कर दो, ठीक है, अच्छी बात है, कर दो, लेकिन क्या पिंड वाले और जो बड़ी बड़ी कोठियों में रह रहे हैं वो 700 रुपए दे रहे हैं, जिसके बच्चे बाहर हैं, उनके कूड़े भी नहीं होते हैं, घर पे इतना थोड़ा सा ही कूड़ा होता है। क्या मेयर साहब ने उनके बारे में कभी सोचा, या कॉलोनियों के बारे में सोचा? जो 500 रुपये दुकान का
रेंट है और उसमें से 700 रुपये वो कूड़े के दे रहे हैं, प्रॉपर कूड़ा नहीं उठ रहा, डंपिंग ग्राउंड में कोई फर्क नहीं पड़ा। और आप देख सकते हो मेयर तो बिल्कुल ही फ्लॉप साबित हुआ है। और प्रेमलता ने तो चिल्ला चिल्ला के नारियल तोड़ा था और ये बोला था मेयर साहब अगर दम है तो मेरे एरिया में आके दिखा दो आप। मेरी 6 जगह नेम प्लेट लगनी थी लेकिन मेरा वही स्टैंड क्लियर रहा और मैंने मेयर साहब से कभी उद्घाटन नहीं करवाया क्योंकि मुझे ये पता था वो खाली कुर्सी के लिए मेयर बने हैं, चंडीगढ़ की जनता के काम करने के लिए नहीं बने। सबसे फ्लॉप मेयर है। दूसरी बात, दिसंबर का महीना था और दिवाली थी तो मेयर साहब ने बड़े दावे से ये बोला कि मैं दिवाली पे गिफ्ट दे रहा हूँ पब्लिक को। तो अच्छी बात है मेयर साहब, क्योंकि गरीब आदमी को कम से कम कुछ तो दिया ना मेयर साहब ने, तो इस बात की हमें बड़ी खुशी मिली। फर्स्ट बात तो मेयर साहब को ये देखना चाहिए कि यहाँ ऑफिसर भी हैं, चौथी काउंसलर भी है, डिप्टी मेयर भी है, सीनियर डिप्टी मेयर भी है। ना उसने अपनी पार्टी से डिस्कस किया ना हमसे डिस्कस किया। और उसने वैसे तो कहता मैं वकील हूँ, अगर वकील हैं तो हाउस में लेके आते हैं, बड़ी खुशी खुशी कारें भी फ्री करते और व्हीकल टू व्हीकल भी फ्री करते। लेकिन जब एक बच्चा कहता है कि माँ मेयर साहब ने एक गिफ्ट भेजा है दिवाली पे, और जब बच्चा अंदर जाके देखता है तो जो है डब्बा होता है वो खाली होता है। और जब उनकी माँ जाती है और पार्किंग के पैसे लेते हैं कॉरपोरेशन वाले, तो कितनी शर्म की बात है मेयर साहब। ये चीज बोलने से पहले आपको 10 बार सोचना चाहिए था कि तू अपनी जबान के एक चीज बता जो मेयर साहब अपनी जबान का स्टैंड कहाँ क्लियर है। जब हाउस में चिल्ला चिल्ला के बोल रहा था मैं जाऊंगा एडवाइजर साहब के पास और आपकी सबके साथ हूँ खड़ा हूँ पार्टी से अलग होके, तो हम दोनों पार्टी वहां पहुंची और मेयर साहब वहां अकेले पहुंचे। इसकी पार्टी का कोई भी कैंडिडेट इसके साथ वहां नहीं पहुंचा और पीठ दिखा के मीडिया को बाइट दे के चला गया। वहां धरने पे क्यों नहीं बैठा भाई? अगर जुबान करता है तो फिर क्यों नहीं खड़ा उतरा? तो मेयर साहब आपको राजा बने थे जंगल के, जहां से शेर की तरह दाड़े थे, तो वहां जाके गिद्दड़ क्यों साबित हुए आप? क्यों आप चंडीगढ़ की जनता के लिए खड़े नहीं उतरे? क्या खाली एक आपने यहाँ पर ये लगा दिया कि अनूप गुप्ता मेयर रहा था कभी चंडीगढ़ में? एक चीज बताओ मुझे, कहां पर जाके किसी के घर पे गए हैं?